ਤਰਸੇਮ ਸਿੰਘ ਭੰਗੂ ਦਾ ਨਾਵਲ ਫਰਸ਼ ਤੋਂ ਅਰਸ਼ ਤੱਕ ਦਾ 25ਵੇਂ ਅੰਗ ਦਾ ਬਾਕੀ ਦਾ ਭਾਗ। ਅਖੀਰਲੇ 1 ਮੀਲ ਤੋਂ ਪਹਿਲਾਂ ਹੀ ਕਾਰ ਸੜਕ ਦੇ ਕਿਨਾਰੇ ਖੜੀ ਕਰਕੇ ਪੈਦਲ ਤੁਰਨਾ ਪਿਆ। ਦਾਰਜੀ ਨੂੰ ਤੁਰਨ ਕਾਫੀ ਮੁਸ਼ਕਿਲ ਆ ਰਹੀ ਸੀ, ਪਰ ਉਹਨਾਂ ਦੀ ਹਿੰਮਤ ਦੀ ਦਾਤ ਦੇਣੀ ਪਏਗੀ। ਥੋੜ੍ਹੀ ਦੂਰ ਜਾ ਕੇ ਇੱਕ ਲੱਕੜ ਦਾ ਪੁਲ ਪਾਰ ਕਰਨਾ ਪਿਆ। ਪਹਾੜੀ ਦੇ ਕਿਨਾਰੇ ਚੱਲ ਕੇ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਜਾਣੇ ਜਾਂਦੇ ਗੁਰਦੁਆਰੇ ਦੇ ਦਰਸ਼ਨ ਹੁੰਦੇ ਹਨ। ਮਨੀਕਰਨ ਪਿੰਡ ਇਸ ਤੋਂ ਅੱਗੇ ਹੈ। ਗੁਰਦੁਆਰੇ ਦਾ ਵਾਤਾਵਰਨ ਬਹੁਤ ਸ਼ਾਂਤ ਹੈ। 2-4 ਮਨੁੱਖ ਹੀ ਅੰਦਰ ਬੈਠੇ ਖਲੋਤੇ ਸਨ। ਇੱਕ ਅਜੀਬ ਵਿਅਕਤੀ ਨੇ ਨੇੜੇ ਪਹੁੰਚ ਕੇ ਮੁਸਕਰਾਉਂਦੀਆਂ ਅੱਖਾਂ ਨਾਲ ਆ ਫਤਿਹ ਗਜਾਈ। 70 ਕੁ ਸਾਲ ਦੇ ਇਸ ਵਿਅਕਤੀ ਦੀ ਸ਼ਖਸੀਅਤ ਬਹੁਤ ਪ੍ਰਭਾਵਸ਼ਾਲੀ ਸੀ। ਚਿਹਰੇ 'ਤੇ ਇੰਨੀ ਮਾਸੂਮ ਮੁਸਕਰਾਹਟ ਸੀ ਕਿ ਉਹਦੇ ਚਰਨੀ ਲੱਗ ਜਾਣ ਨੂੰ ਜੀ ਕਰਦਾ ਸੀ। ਦਾਰਜੀ ਉਹਨੂੰ ਘੁੱਟ ਕੇ ਮਿਲਣ ਤੋਂ ਬਾਅਦ ਸਾਰਿਆਂ ਨੂੰ ਸੰਬੋਧਨ ਕਰਦੇ ਕਹਿਣ ਲੱਗੇ, ਇਹ ਹਨ ਸੰਤ ਹਰ ਨਾਰਾਇਣ ਜੀ ਮਹਾਰਾਜ। ਸਾਰਾ ਜਥਾ ਹੀ ਸੰਤ ਜੀ ਨੂੰ ਸਤਿਕਾਰ ਨਾਲ ਮਿਲਿਆ। ਸੰਤ ਜੀ ਨੇ ਸਭ ਦੀ ਸੁੱਖ ਸਾਂਦ ਪੁੱਛਣ ਤੋਂ ਬਾਅਦ ਬੈਠਣ ਦਾ ਇਸ਼ਾਰਾ ਕਰਦੇ ਕਿਹਾ, ਤੁਸੀਂ ਥੱਕੇ ਆਏ ਹੋ, ਇਸ਼ਨਾਨ ਕਰਨ ਤੋਂ ਪਹਿਲਾਂ ਚਾਹ ਛਕ ਲਓ। ਸਾਰੇ ਨੇੜੇ ਥੜੇ 'ਤੇ ਸੱਜ ਗਏ ਤੇ ਸੰਤ ਜੀ ਆਪਣੀ ਗੁਫਾ 'ਚ ਚਲੇ ਗਏ। ਉਸ ਦਿਨ ਜੋ ਚਾਹ ਪੀਣ ਦਾ ਸਵਾਦ ਆਇਆ, ਉਹ ਸਵਾਦ ਤਿਆਗੀ ਜੀ ਦੀ ਯਾਦ ਦਾ ਹਿੱਸਾ ਹੈ। ਸੰਤ ਜੀ ਦੀ ਗੁਫਾ ਦੇ ਸਾਹਮਣੇ ਲੰਮਾ ਵਰਾਂਡਾ ਸੀ, ਜਿੱਥੇ ਬੈਠ ਕੇ ਯਾਤਰੀ ਚਾਹ ਤੇ ਲੰਗਰ ਛਕਦੇ ਸਨ। ਖੱਬੇ ਪਾਸੇ ਨੁੱਕਰ 'ਚ ਇੱਕ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਵਰਾਂਡੇ ਦੇ ਅੱਗੇ ਕਰਕੇ 2 ਤਲਾਬ ਹਨ, ਇੱਕ ਬੀਬੀਆਂ ਵਾਸਤੇ, ਇੱਕ ਮਰਦਾਂ ਲਈ। ਪਹਾੜੀ ਉੱਪਰੋਂ ਸਲਫਰ ਦੇ ਉਬਲਦੇ ਚਸ਼ਮਿਆਂ ਦਾ ਪਾਣੀ ਇੱਥੇ ਪਹੁੰਚਦਾ ਹੈ। ਬੜਕਦੇ ਪਾਣੀ ਵਿੱਚ ਦਾਲ, ਚਾਵਲ, ਸਬਜ਼ੀਆਂ ਪੱਕਦੀਆਂ ਹਨ। ਫਿਰ ਰਸੋਈ 'ਚ ਤੜਕਾ ਲੱਗਦਾ ਹੈ। ਰਸੋਈ 'ਚ ਸੰਤ ਜੀ ਦੀਆਂ ਬੇਟੀਆਂ ਤੇ ਬਾਹਰੋਂ ਆਈਆਂ ਯਾਤਰੀ ਬੀਬੀਆਂ ਰੋਟੀ ਪਕਾਉਣ ਦੀ ਸੇਵਾ ਕਰਦੀਆਂ ਹਨ। ਸੰਤ ਜੀ ਦੀ ਸ਼ਖਸੀਅਤ ਇੰਨੀ ਦਿਲਕਸ਼ ਸੀ ਕਿ ਤਿਆਗੀ ਜੀ ਤੇ ਦਾਤਾ ਜੀ ਨੇ ਉਹਨਾਂ ਦੇ ਦੁਬਾਰਾ ਦਰਸ਼ਨ ਕਰਨੇ ਚਾਹੇ, ਪਰ ਉਹ ਕਿਧਰੇ ਵੀ ਨਜ਼ਰੀ ਨਹੀਂ ਪਏ। ਬੀਬੀ ਗੁਰਚਰਨ ਕੌਰ ਉਹਨਾਂ ਨੂੰ ਆਸ਼ਰਮ ਦੀ ਰਸੋਈ ਵੱਲ ਲੈ ਤੁਰੀ। ਰਾਹ 'ਚ ਸੰਤ ਜੀ ਥਾਲੀ 'ਚ ਚਾਵਲ ਸਾਫ਼ ਕਰਦੇ ਮਿਲੇ। ਇੱਕ ਬੰਦਾ ਸੰਤ ਜੀ ਨੂੰ ਕਹਿ ਰਿਹਾ ਸੀ, ਮਹਾਰਾਜ, ਮਨ ਭਟਕਦਾ ਰਹਿੰਦਾ ਹੈ, ਕੋਈ ਉਪਾਅ ਦੱਸੋ। ਸੰਤ ਜੀ ਉਸੇ ਤਰ੍ਹਾਂ ਬਾਲ ਮੁਸਕਰਾਹਟ ਛੱਡਦੇ ਕਹਿਣ ਲੱਗੇ, ਮਨ ਬਾਂਦਰ ਦੀ ਨਿਆਈ ਹੁੰਦਾ, ਇਹਦਾ ਕੰਮ ਹੀ ਭਟਕਣਾ ਹੈ। ਲੰਗਰ ਤਿਆਰ ਹੋ ਕੇ ਸੰਤਾਂ ਦੀ ਕੁਟੀਆ 'ਚ ਆ ਗਿਆ। ਸੰਤ ਜੀ ਆਪ ਆਈ ਸੰਗਤ ਨੂੰ ਲੰਗਰ ਛਕਾਉਣ 'ਚ ਸੇਵਾਦਾਰਾਂ ਦੀ ਮਦਦ ਕਰ ਰਹੇ ਸਨ। ਅੱਜ ਆਮ ਨਾਲੋਂ ਦੁਸਹਿਰੇ ਕਰਕੇ ਯਾਤਰੀ ਵੱਧ ਸਨ। ਸਰਦਾਰ ਸੋਭਾ ਸਿੰਘ ਜੀ ਪਹਿਲਾਂ ਹੀ ਇੱਥੇ ਕਈ ਵਾਰ ਆ ਚੁੱਕੇ ਸਨ। ਉਹਨਾਂ ਸੰਤ ਜੀ ਨੂੰ ਨਿੱਘੀ ਗਲਵੱਕੜੀ ਤੋਂ ਬਾਅਦ ਵਾਪਸੀ ਦੀ ਬੇਨਤੀ ਕੀਤੀ ਤੇ ਹੱਥ ਜੋੜ ਫਤਿਹ ਬੁਲਾ ਕੇ ਜਥਾ ਖਲੋਤੀ ਕਾਰ ਵੱਲ ਤੁਰ ਪਿਆ। ਕਾਰ 'ਚ ਬੈਠਦਿਆਂ ਪ੍ਰੋਗਰਾਮ ਇੰਜ ਬਣਿਆ ਕਿ ਰਾਤ ਮੰਡੀ ਰਹਿ ਕੇ ਅਗਲੀ ਸਵੇਰ ਦਾਤਾ ਜੀ ਬੱਸ ਰਾਹੀਂ ਚੰਡੀਗੜ੍ਹ, ਪ੍ਰੋਫੈਸਰ ਤਿਆਗੀ ਪਠਾਨਕੋਟ ਤੇ ਦਾਰਜੀ ਸਮੇਤ ਬਾਕੀ ਕਾਫਲਾ ਅੰਦਰੇਟੇ ਵੱਲ ਰਵਾਨਾ ਹੋ ਜਾਏਗਾ। ਪਹਾੜੀ ਸੈਰ ਕਰਦਿਆਂ ਤਿਆਗੀ ਜੀ ਭੁੱਲ ਹੀ ਗਏ ਸੀ ਕਿ ਐਤਵਾਰ ਸਮੇਤ 3 ਛੁੱਟੀਆਂ ਤਾਂ ਖਤਮ ਹੋ ਗਈਆਂ। ਕੱਲ੍ਹ ਵੀ ਕਿਸੇ ਹਾਲਤ 'ਚ ਕਾਲਜ ਨਹੀਂ ਪਹੁੰਚਿਆ ਜਾਣਾ। ਪਹਾੜੀ ਦ੍ਰਿਸ਼ ਭੁੱਲ ਕੇ ਤਿਆਗੀ ਜੀ ਨੂੰ ਪ੍ਰਿੰਸੀਪਲ ਸ਼ੇਰਗਿੱਲ ਦਾ ਸ਼ੇਰ ਵਰਗਾ ਮੂੰਹ ਹੀ ਦਿਸ ਰਿਹਾ ਸੀ। ਹੋਰ 2 ਛੁੱਟੀਆਂ ਮਨਜ਼ੂਰ ਕਰਾਉਣ ਬਦਲੇ ਪਤਾ ਨਹੀਂ ਕੀ ਕੁਝ ਸੁਣਨਾ ਪਵੇ। ਮੰਡੀ ਪਹੁੰਚ ਕੇ ਕਾਰ ਡਰਾਈਵਰ ਕੁਲਵੰਤ ਸਿੰਘ ਨੇ ਸੁਝਾਅ ਦਿੱਤਾ ਕਿ ਬੇਆਰਾਮ ਤਾਂ ਹੋਣਾ ਹੀ ਹੈ, ਕਿ ਉਹਨਾਂ ਥੋੜ੍ਹਾ ਕਸ਼ਟ ਝੱਲ ਕੇ ਰਾਤ ਅੰਦਰੇਟੇ ਹੀ ਪਹੁੰਚਿਆ ਜਾਏ। ਸੋ ਸਾਰਿਆਂ ਦੀ ਸਹਿਮਤੀ ਨਾਲ ਕਾਰ ਰਾਤ ਦੇ 10 ਵਜੇ ਅੰਦਰੇਟੇ ਪਹੁੰਚ ਗਈ। ਸਵੇਰੇ ਉੱਠ ਕੇ ਚਾਹ ਦਾ ਕੱਪ ਪੀਤਾ। ਦਾਰਜੀ ਨਾਲ ਗੱਲਾਂ ਕਰਦਿਆਂ ਦਾਤਾ ਜੀ ਨੇ 7:30 ਵਾਲੀ ਬੱਸ ਵੀ ਲੰਘਾ ਦਿੱਤੀ। ਅਖੀਰ ਦਾਰਜੀ ਨੂੰ ਫਤਿਹ ਬੁਲਾ ਕੇ ਪਾਲਮਪੁਰੋਂ ਦਾਤਾ ਜੀ ਤੇ ਤਿਆਗੀ ਜੀ ਬੱਸ 'ਤੇ ਬੈਠ ਪਠਾਨਕੋਟ ਪਹੁੰਚ ਗਏ। ਉੱਥੋਂ ਬਿਨਾਂ ਦੇਰ ਕੀਤਿਆਂ ਦਾਤਾ ਜੀ ਨੇ ਦਿੱਲੀ ਵਾਲੀ ਬੱਸ ਫੜ ਲਈ ਤੇ ਤਿਆਗੀ ਜੀ ਸਵੇਰੇ ਪ੍ਰਿੰਸੀਪਲ ਨੂੰ ਕੀ ਕਹਿਣਾ ਦੀਆਂ ਵਿਉਂਤਾਂ ਘੜਦੇ ਗੁਰਦਾਸਪੁਰ ਪਹੁੰਚ ਗਏ। ਉਹਨੂੰ ਚਿੰਤਾ ਇਸ ਗੱਲ ਦੀ ਸੀ ਕਿ ਛੁੱਟੀਆਂ 2 ਮਨਜ਼ੂਰ ਕਰਵਾ ਕੇ ਗਿਆ ਸੀ, ਦਿਨ ਲੱਗ ਗਏ ਸੀ 4। ਬਾਕੀ 2 ਛੁੱਟੀਆਂ ਅਸੂਲਾਂ ਦੇ ਪੱਕੇ ਪ੍ਰਿੰਸੀਪਲ ਤੋਂ ਕਿਵੇਂ ਮਨਜ਼ੂਰ ਕਰਵਾਏਗਾ। ਆਖਰ ਇਸ ਮਸਲੇ ਦਾ ਹੱਲ ਉਹਨੇ ਲੱਭ ਹੀ ਲਿਆ। ਵੇਖਣ 'ਚ ਆਇਆ ਕਿ ਜਿਸ ਬਿਰਤੀ ਦਾ ਮਨੁੱਖ ਹੁੰਦਾ ਹੈ, ਤੁਸੀਂ ਉਸ ਨਾਲ ਉਸੇ ਤਰ੍ਹਾਂ ਦੀ ਬੋਲਚਾਲ ਜਾਂ ਵਰਤਾਅ ਕਰੋਗੇ ਤਾਂ ਝੱਟ ਹੀ ਤੁਹਾਡੇ ਨਾਲ ਘੁਲ ਮਿਲ ਜਾਂਦਾ ਹੈ। ਪ੍ਰੋਫੈਸਰ ਤਿਆਗੀ ਬਚਪਨ ਤੋਂ ਹੀ ਜ਼ਹੀਨ ਬੁੱਧੀ ਦਾ ਮਾਲਕ ਰਿਹਾ ਹੈ। ਉਹਨੂੰ ਖਿਆਲ ਆਇਆ ਸ਼ੇਰਗਿੱਲ ਧਾਰਮਿਕ ਬੰਦਾ ਹੈ, ਉਹਦੀ 2 ਦਿਨ ਦੀ ਗੈਰ ਹਾਜ਼ਰੀ ਕਿਸੇ ਹੱਦ ਤੱਕ ਧਾਰਮਿਕਤਾ ਬਚਾ ਸਕਦੀ ਹੈ। ਉਹਨੇ ਰਵਾਲ ਸਰ ਤੋਂ ਮਿਲੇ ਸੁੱਕੇ ਪ੍ਰਸ਼ਾਦ ਦਾ ਇੱਕ ਲਿਫਾਫਾ ਕਾਲਜ ਨੂੰ ਤੁਰਦਿਆਂ ਆਪਣੇ ਹੈਂਡਬੈਗ 'ਚ ਰੱਖ ਲਿਆ। ਨਾਲ ਹੀ 2 ਦਿਨ ਦੀ ਹੋਰ ਛੁੱਟੀ ਦੀ ਅਰਜ਼ੀ ਵੀ ਲਿਖ ਲਈ, ਜੋ ਮਾਹੌਲ ਵੇਖ ਕੇ ਦਿੱਤੀ ਜਾ ਸਕੇ। ਕਾਲਜ ਆ ਕੇ ਪੀਰੀਅਡ ਲੱਗਣ ਤੋਂ ਪਹਿਲਾਂ ਹੀ ਝਕਦਿਆਂ ਪ੍ਰਿੰਸੀਪਲ ਦੇ ਦਫ਼ਤਰ ਆ ਕੇ ਅੰਦਰ ਆਉਣ ਦੀ ਇਜਾਜ਼ਤ ਮੰਗੀ। ਹਾਂ ਜੋ ਤਿਆਗੀ ਜੀ, ਕੀ ਹਾਲ ਚਾਲ ਹੈ? ਇੰਜ ਪੁੱਛਿਆ ਜਿਵੇਂ ਤਿਆਗੀ ਦੀ ਲੇਟ ਲਤੀਫੀ ਯਾਦ ਹੀ ਨਾ ਹੋਵੇ। ਕੁਰਸੀ 'ਤੇ ਬੈਠਣ ਦਾ ਇਸ਼ਾਰਾ ਮਿਲਣ ਤੋਂ ਬਾਅਦ ਪਹਿਲਾਂ ਪ੍ਰੋਫੈਸਰ ਨੇ ਪ੍ਰਸ਼ਾਦ ਵਾਲਾ ਲਿਫਾਫਾ ਪ੍ਰਿੰਸੀਪਲ ਵੱਲ
ਬੜੀ ਨਿਮਰਤਾ ਨਾਲ ਵਧਾਉਂਦਿਆਂ ਕਿਹਾ, ਸਰ ਇਹ ਪ੍ਰਸ਼ਾਦ ਹੈ ਜੀ ਤੁਹਾਡੇ ਵਾਸਤੇ। ਤੇ ਤਿਆਗੀ ਕੁਰਸੀ ਤੇ ਬੈਠ ਗਿਆ। ਪ੍ਰਸ਼ਾਦ ਬੜੀ ਸ਼ਰਧਾ ਨਾਲ ਮੱਥੇ ਨੂੰ ਲਾਉਂਦਿਆਂ ਪ੍ਰਿੰਸੀਪਲ ਬੋਲਿਆ, ਕਿਹੜੇ ਗੁਰਦੁਆਰੇ ਦੇ ਦਰਸ਼ਨ ਕਰਕੇ ਆਏ ਹੋ? ਸਰ ਰਵਾਲਸਰ ਗਏ ਸੀ, ਇਹ ਉੱਥੋਂ ਦਾ ਪ੍ਰਸ਼ਾਦ ਹੈ। ਮਨੀਕਰਨ ਸਾਹਿਬ ਵੀ ਦਰਸ਼ਨ ਕੀਤੇ। ਵੈਰੀ ਗੁੱਡ। ਰਵਾਲਸਰ ਜਿੱਥੇ ਗੁਰੂ ਸਾਹਿਬ ਦੀ ਪਹਾੜੀ ਰਾਜਿਆਂ ਨਾਲ ਮੀਟਿੰਗ ਹੋਈ ਸੀ, ਜਿਵੇਂ ਪ੍ਰਿੰਸੀਪਲ ਨੇ ਇਤਿਹਾਸਿਕ ਜਾਣਕਾਰੀ ਦਿੱਤੀ ਹੋਵੇ। ਯੈਸ ਸਰ ਤੋਂ ਇਲਾਵਾ ਤਿਆਗੀ ਹੋਰ ਕੁਝ ਨਹੀਂ ਬੋਲਿਆ। ਬਹੁਤ ਵਧੀਆ ਕੀਤਾ ਤੁਸੀਂ ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ। ਪ੍ਰਿੰਸੀਪਲ ਨੇ ਥੋੜ੍ਹਾ ਪ੍ਰਸ਼ਾਦ ਆਪ ਲਿਆ, ਥੋੜ੍ਹਾ ਤਿਆਗੀ ਜੀ ਨੂੰ ਦੇ ਕੇ ਬਾਕੀ ਘਰ ਲਈ ਰੱਖ ਲਿਆ। ਪ੍ਰੋਫੈਸਰ ਤਿਆਗੀ ਨੇ ਮਾਹੌਲ ਸੁਖਾਵਾਂ ਵੇਖ ਕੇ ਬੈਗ 'ਚੋਂ ਛੁੱਟੀ ਦੀ ਅਰਜ਼ੀ ਅੱਗੇ ਵਧਾਉਂਦਿਆਂ ਕਿਹਾ, ਸਰ 2 ਦਿਨ ਦੀ ਛੁੱਟੀ ਹੋਰ ਸੀ। ਪ੍ਰਿੰਸੀਪਲ ਨੇ ਧਾਰਮਿਕ ਰੰਗਨ ਕਰਕੇ ਬਿਨਾਂ ਬੋਲੇ ਦਸਖਤ ਕਰਦਿਆਂ ਕਿਹਾ, ਸੁਪਰਡੈਂਟ ਨੂੰ ਦੇ ਦੇਣਾ। ਪ੍ਰੋਫੈਸਰ ਤਿਆਗੀ ਦਾ ਧਾਰਮਿਕ ਤੀਰ ਚੱਲ ਗਿਆ ਸੀ। ਦਫ਼ਤਰ ਦਾ ਸੁਪਰਡੈਂਟ ਛੁੱਟੀ ਦੀ ਅਰਜ਼ੀ ਫੜਦਾ ਪੁੱਛ ਰਿਹਾ ਸੀ, ਪ੍ਰਿੰਸੀਪਲ ਸਾਹਿਬ ਕੁਝ ਬੋਲੇ ਨਹੀਂ? ਜਿਵੇਂ ਉਹਨੂੰ ਪਤਾ ਹੋਵੇ ਕਿ 4 ਛੁੱਟੀਆਂ ਤਾਂ ਉਹ ਮਨਜ਼ੂਰ ਕਰ ਹੀ ਨਹੀਂ ਸਕਦਾ। ਇਹ ਕ੍ਰਿਸ਼ਮਾ ਕਿਵੇਂ ਹੋ ਗਿਆ? ਕਾਂਡ 26 ਸੰਨ 1969 ਵਿੱਚ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਗੁਰਪੁਰਬ ਮਨਾਇਆ ਜਾ ਰਿਹਾ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸਭਾ ਸੁਸਾਇਟੀਆਂ ਦੇ ਬੁੱਧੀਜੀਵੀਆਂ ਤੇ ਹੋਰ ਸਮਾਜਿਕ ਕਾਰਕੁਨਾਂ ਦੀ ਰਾਏ ਲੈ ਕੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਕੋਈ ਢੁਕਵੀਂ ਯਾਦਗਾਰ ਸਥਾਪਿਤ ਕਰਨ ਹਿੱਤ ਸਾਰਿਆਂ ਤੋਂ ਸੁਝਾਅ ਮੰਗੇ ਸਨ। ਹਰ ਕਿਸੇ ਨੇ ਆਪੋ ਆਪਣੀ ਸਲਾਹ ਦਿੱਤੀ, ਪਰ ਗੁਰੂ ਜੀ ਦੀ ਯਾਦ ਵਿੱਚ ਕਾਲਜ ਖੋਲ੍ਹਣ ਬਾਰੇ ਬਹੁਤੇ ਲੋਕਾਂ ਕਿਹਾ, ਕਿਉਂਕਿ ਭਾਵੇਂ ਸ਼ਹਿਰ 'ਚ ਸਰਕਾਰੀ ਕਾਲਜ ਸੀ, ਪਰ ਬਹੁਤ ਸਾਰੇ ਵਿਦਿਆਰਥੀ ਸਰਕਾਰੀ ਕਾਲਜ 'ਚ ਦਾਖਲਾ ਲੈਣ ਤੋਂ ਵਾਂਝੇ ਰਹਿ ਜਾਂਦੇ ਸੀ। ਉਹਨਾਂ ਨੂੰ ਦੂਰ ਦੁਰਾਡੇ ਕਾਲਜਾਂ 'ਚ ਜਾਣਾ ਪੈਂਦਾ ਸੀ। ਇਸ ਸ਼ਹਿਰ 'ਚ ਇੱਕ ਹੋਰ ਕਾਲਜ ਖੋਲ੍ਹਣ ਦੀ ਮਨਜ਼ੂਰੀ ਮਿਲ ਗਈ ਤੇ ਅਗਲੇ ਸਾਲ ਗੁਰੂ ਨਾਨਕ ਕਾਲਜ ਹੋਂਦ 'ਚ ਆ ਗਿਆ। ਇਸ ਨਵੇਂ ਬਣੇ ਕਾਲਜ 'ਚ ਪ੍ਰਿੰਸੀਪਲ ਦੀ ਅਸਾਮੀ ਲਈ ਹੋਰ ਵੀ ਬਹੁਤ ਸਾਰੇ ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਸੀ, ਪਰ ਪ੍ਰਿੰਸੀਪਲ ਸੁਜਾਨ ਸਿੰਘ ਪੰਜਾਬੀ ਦੇ ਮਸ਼ਹੂਰ ਕਹਾਣੀਕਾਰ ਗੁਰੂ ਨਾਨਕ ਕਾਲਜ ਦੇ ਪਹਿਲੇ ਪ੍ਰਿੰਸੀਪਲ ਪਹਿਲ ਦੇ ਆਧਾਰ 'ਤੇ ਚੁਣੇ ਗਏ। ਪ੍ਰਿੰਸੀਪਲ ਸੁਜਾਨ ਸਿੰਘ ਜੀ ਢੁੱਡੀਕੇ ਕਾਲਜ ਦੇ ਪ੍ਰਿੰਸੀਪਲ ਸਨ, ਸੋ ਉਹਨਾਂ ਚੋਣ ਹੋਣ ਤੋਂ ਬਾਅਦ 1970 'ਚ ਗੁਰੂ ਨਾਨਕ ਕਾਲਜ ਆ ਕੇ ਕਾਰਜਭਾਰ ਸੰਭਾਲ ਲਿਆ। ਜਦੋਂ ਤੋਂ ਪ੍ਰੋਫੈਸਰ ਤਿਆਗੀ ਗੁਰਦਾਸਪੁਰ ਆਇਆ ਸੀ, ਸੈੱਟ ਹੋ ਕੇ ਪ੍ਰੀਤਮ ਸਿੰਘ ਦਰਦੀ ਨਾਲ ਮਿਲ ਕੇ ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਦੀਆਂ ਸਰਗਰਮੀਆਂ ਦਿਨੋਂ ਦਿਨ ਵੱਧਦੀਆਂ ਗਈਆਂ ਸੀ। ਸੁਜਾਨ ਸਿੰਘ ਜੀ ਗੁਰਦਾਸਪੁਰ ਆ ਗਏ। ਪ੍ਰਿੰਸੀਪਲ ਸਾਹਿਬ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ ਸੀ। ਨਿੱਕੀ ਕਹਾਣੀ ਲਿਖਣ 'ਚ ਉਹਨਾਂ ਦਾ ਨਾਂ ਮੂਹਰਲੀਆਂ ਸਫਾਂ 'ਚ ਲਿਆ ਜਾਂਦਾ ਸੀ। ਪ੍ਰੋਫੈਸਰ ਤਿਆਗੀ ਤੇ ਪ੍ਰੀਤਮ ਸਿੰਘ ਦਰਦੀ ਜੀ ਨੇ ਸਲਾਹ ਕੀਤੀ ਵੀ ਇੰਨੇ ਕਦਾਵਰ ਲੇਖਕ ਦੇ ਹੁੰਦਿਆਂ ਸਭਾ ਦੀ ਪ੍ਰਧਾਨਗੀ ਸਾਨੂੰ ਸੋਭਦੀ ਨਹੀਂ। ਉਹਨਾਂ ਸਰਬਸੰਮਤੀ ਨਾਲ ਫੈਸਲਾ ਲੈ ਕੇ ਪ੍ਰਿੰਸੀਪਲ ਸਾਹਿਬ ਅੱਗੇ ਜ਼ਿਲ੍ਹੇ ਦੀ ਸਭਾ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਦੀ ਬੇਨਤੀ ਕੀਤੀ, ਜੋ ਪ੍ਰਿੰਸੀਪਲ ਸਾਹਿਬ ਨੇ ਨਿਮਰਤਾ ਸਹਿਤ ਪ੍ਰਵਾਨ ਕਰ ਲਈ। ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਰਹਿਨੁਮਾਈ ਹੇਠ ਲੇਖਕਾਂ ਦਾ ਬਹੁਤ ਵੱਡਾ ਕਾਫਲਾ ਜੁੜ ਗਿਆ। ਪ੍ਰਿੰਸੀਪਲ ਸਾਹਿਬ ਦੀ ਸ਼ਖਸੀਅਤ ਅਜਿਹੀ ਸੀ ਕਿ 1970 ਤੋਂ ਲੈ ਕੇ ਆਪਣੇ ਜੀਵਨ ਦੇ ਆਖਰੀ ਸਾਹ ਤੱਕ ਸਭਾ ਦੇ ਪ੍ਰਧਾਨ ਰਹੇ। ਉਹਨਾਂ ਦੀ ਪ੍ਰਧਾਨਗੀ ਦੌਰਾਨ ਸਭਾ ਦੀ ਮੈਂਬਰਸ਼ਿਪ 'ਚ ਕਾਫੀ ਵਾਧਾ ਹੋਇਆ। ਉਹਨਾਂ ਦੀ ਦੇਖ ਰੇਖ ਹੇਠ ਕਈ ਯਾਦਗਾਰ ਮੁਸ਼ਾਇਰੇ, ਕਵੀ ਦਰਬਾਰ ਤੇ ਹੋਰ ਸਮਾਰੋਹ ਹੁੰਦੇ ਰਹੇ। ਪ੍ਰੋਫੈਸਰ ਤਿਆਗੀ ਦੀ ਖੁਸ਼ਕਿਸਮਤੀ ਕਹੀ ਜਾਏਗੀ ਕਿ ਉਹਨਾਂ ਨੂੰ ਸੁਜਾਨ ਸਿੰਘ ਜੀ ਦਾ ਸਾਥ ਲੰਮਾ ਸਮਾਂ 23 ਸਾਲ ਮੰਨਣ ਦਾ ਮੌਕਾ ਮਿਲਿਆ। ਉਹਨਾਂ ਜਦੋਂ ਵੀ ਕਿਸੇ ਮਾਮਲੇ ਦੇ ਹੱਲ ਲਈ ਗੱਲਬਾਤ ਕਰਨੀ ਹੁੰਦੀ, ਉਹ ਪ੍ਰੋਫੈਸਰ ਤਿਆਗੀ ਕੋਲ ਆ ਕੇ ਵਿਚਾਰ ਕਰਦੇ। ਪ੍ਰੋਫੈਸਰ ਤਿਆਗੀ ਜੀ ਦੀ ਪ੍ਰਿੰਸੀਪਲ ਸਾਹਿਬ ਨਾਲ ਨੇੜਤਾ ਪਰਿਵਾਰਕ ਸਾਂਝ 'ਚ ਤਬਦੀਲ ਹੋ ਗਈ। ਪ੍ਰਿੰਸੀਪਲ ਸੁਜਾਨ ਸਿੰਘ ਜੀ 'ਚ ਇੰਨੀ ਨਿਮਰਤਾ ਸੀ ਕਿ ਉਹ ਆਪਣੇ ਆਪ ਨੂੰ ਪਰਪੱਕ ਕਹਾਣੀਕਾਰ ਨਾ ਸਮਝ ਕੇ ਬੱਚੇ ਕੋਲੋਂ ਵੀ ਸਿੱਖਣ ਦੀ ਕੋਸ਼ਿਸ਼ ਕਰਦੇ ਸਨ। ਪੰਜਾਬ ਦਾ ਕਾਲੇ ਦਿਨਾਂ ਦਾ ਦੌਰ ਸੀ। ਆਏ ਦਿਨ ਕੁਰਾਹੇ ਪਏ, ਨੌਜਵਾਨਾਂ ਵੱਲੋਂ ਲੁੱਟ ਖੋਹ, ਬੈਂਕ ਡਕੈਤੀਆਂ, ਇੱਕ ਫਿਰਕੇ ਦੇ ਲੋਕਾਂ ਦੇ ਕਤਲਾਂ ਦਾ ਸਿਲਸਿਲਾ ਲਗਾਤਾਰ ਜਾਰੀ ਸੀ। ਪੁਲਿਸ ਇੱਕ ਤਰ੍ਹਾਂ ਮੂਕ ਦਰਸ਼ਕ ਬਣੀ ਬੈਠੀ ਸੀ। ਅੱਤਵਾਦ ਦੀ ਲੋਹ ਉੱਤੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਸੀ। ਇन्हीं ਦਿਨੀ ਇੱਕ ਬੱਸ ਨੂੰ ਰੋਕ ਕੇ ਦਹਿਸ਼ਤਗਰਦਾਂ ਨੇ ਇੱਕ ਫਿਰਕੇ ਦੇ ਲੋਕਾਂ ਨੂੰ ਉਤਾਰ ਕੇ ਗੋਲੀਆਂ ਨਾਲ ਭੁੰਨ ਦਿੱਤਾ। ਬੱਸ 'ਚ ਬੈਠੇ ਸਿੱਖਾਂ ਨੂੰ ਕੁਛ ਨਾ ਕਿਹਾ ਗਿਆ ਤੇ ਨਾ ਹੀ ਕੋਈ ਸਿੱਖ ਬੋਲਿਆ। ਪ੍ਰਿੰਸੀਪਲ ਸਾਹਿਬ ਨੇ ਜੋ ਕੁਝ ਵਾਪਰਿਆ ਸੀ ਉਸ ਸੰਬੰਧੀ ਬੜੀ ਕਰੁਣਾਮਈ ਕਹਾਣੀ ਲਿਖ ਦਿੱਤੀ। ਉਹ ਕਹਾਣੀ ਸਭਾ ਦੀ ਮੀਟਿੰਗ 'ਚ ਸਭਾ ਦੇ ਮੈਂਬਰਾਂ ਨਾਲ ਸਾਂਝੀ ਕੀਤੀ। ਕਹਾਣੀ ਸੁਣਨ ਤੋਂ ਬਾਅਦ ਟਿੱਪਣੀ ਵਜੋਂ ਕੋਈ ਕੁਛ ਨਾ ਬੋਲਿਆ। ਪ੍ਰਿੰਸੀਪਲ ਸਾਹਿਬ ਬੋਲੇ, ਤੁਸੀਂ ਕਿਸੇ ਨੇ ਕੋਈ ਟਿੱਪਣੀ ਨਹੀਂ ਕੀਤੀ, ਕੁਝ ਤਾਂ ਟਿੱਪਣੀ ਕਿਸੇ ਵੱਲੋਂ ਹੋਣੀ ਚਾਹੀਦੀ ਹੈ। ਸਿਰਫ ਪ੍ਰੋਫੈਸਰ ਤਿਆਗੀ ਬੋਲਿਆ, ਬਾਊ ਜੀ ਕਹਾਣੀ 'ਚ ਜੋ ਕੁਝ ਵਾਪਰਿਆ ਉਂਝ ਨਹੀਂ ਹੋਣਾ ਚਾਹੀਦਾ ਸੀ। ਪ੍ਰੋਫੈਸਰ ਤਿਆਗੀ ਟਿੱਪਣੀ ਕਰਕੇ ਬੈਠ ਗਿਆ। ਪ੍ਰੋਫੈਸਰ ਸਾਹਿਬ, ਮੈਂ ਕਹਾਣੀ 'ਚ ਯਥਾਰਥ ਤੇ ਸੱਚੀ ਘਟਨਾ ਹੀ ਤਾਂ ਬਿਆਨ ਕੀਤੀ ਹੈ। ਜੋ ਵਾਪਰਿਆ ਉਸੇ ਨੂੰ ਤਾਂ ਕਹਾਣੀ ਰੂਪ ਦਿੱਤਾ ਹੈ। ਜਿਵੇਂ ਪ੍ਰਿੰਸੀਪਲ ਸਾਹਿਬ ਤਿਆਗੀ ਦੀ ਟਿੱਪਣੀ ਨਾਲ ਸਹਿਮਤ ਨਹੀਂ ਹੋਏ।
ਪ੍ਰੋਫੈਸਰ ਤਿਆਗੀ ਫਿਰ ਬੜੀ ਅਧੀਨਗੀ ਨਾਲ ਬੋਲੇ, ਬਾਊ ਜੀ ਤੁਸੀਂ ਆਪਣੀ ਥਾਂ ਸੱਚੇ ਹੋ, ਪਰ ਮੇਰੇ ਕਹਿਣ ਤੋਂ ਭਾਵ ਇਹ ਹੈ, ਇਸ ਦੁਖਦਾਈ ਘਟਨਾ 'ਚ ਜੋ ਕੁਝ ਵਾਪਰਿਆ ਤੁਹਾਨੂੰ ਉਂਝ ਦਾ ਉਂਝ ਨਹੀਂ ਲਿਖਣਾ ਚਾਹੀਦਾ। ਇਹ ਘਟਨਾ ਜਿਵੇਂ ਵਾਪਰਨੀ ਚਾਹੀਦੀ ਸੀ ਉਂਝ ਲਿਖਣਾ ਠੀਕ ਸੀ। ਵਾਪਰਨੀ ਚਾਹੀਦੀ 'ਤੇ ਪ੍ਰੋਫੈਸਰ ਤਿਆਗੀ ਨੇ ਖਾਸ ਜ਼ੋਰ ਦਿੱਤਾ। ਪ੍ਰਿੰਸੀਪਲ ਸਾਹਿਬ ਨੇ ਘਰ ਜਾ ਕੇ ਪ੍ਰੋਫੈਸਰ ਤਿਆਗੀ ਦੀ ਸੋਚ ਅਨੁਸਾਰ ਲੱਗਿਆ ਕਿ ਜੋ ਹੋਇਆ ਉਂਝ ਨਹੀਂ ਹੋਣਾ ਚਾਹੀਦਾ ਸੀ। ਵਾਕ ਨੂੰ ਕਹਾਣੀ ਪੜ੍ਹਦਿਆਂ ਕਈ ਵਾਰ ਦੁਹਰਾਇਆ। ਅਖੀਰ ਪ੍ਰਿੰਸੀਪਲ ਸਾਹਿਬ ਇਸ ਨਤੀਜੇ 'ਤੇ ਪਹੁੰਚੇ ਕਿ ਤਿਆਗੀ ਦੀ ਸੋਚ ਹੈ ਕਿ ਸਿੱਖ ਜ਼ੁਲਮ ਨਹੀਂ ਕਰਦਾ ਤੇ ਹੁੰਦਾ ਵੇਖ ਨਹੀਂ ਸਕਦਾ। ਬੱਸ 'ਚ ਬੈਠੇ ਸਿੱਖਾਂ ਨੂੰ ਜੂਝ ਮਰਨਾ ਚਾਹੀਦਾ ਸੀ। ਬੇਸ਼ੱਕ ਜ਼ੁਲਮੀ ਆਪਣੇ ਹੀ ਸਨ। ਲੋੜ ਅਨੁਸਾਰ ਕਹਾਣੀ 'ਚ ਸੋਧ ਕਰਕੇ ਪ੍ਰਿੰਸੀਪਲ ਸਾਹਿਬ ਨੇ ਕਹਾਣੀ ਦੁਬਾਰਾ ਲਿਖੀ। ਉਹੀ ਕਹਾਣੀ ਬਟਾਲੇ 'ਚ ਇੱਕ ਬਹੁਤ ਵੱਡੇ ਕਹਾਣੀ ਦਰਬਾਰ 'ਚ ਪੜ੍ਹੀ ਜੋ ਬੇਹੱਦ ਸਲਾਹੀ ਗਈ। ਪ੍ਰੋਫੈਸਰ ਤਿਆਗੀ ਵੀ ਉੱਥੇ ਸੀ। ਜਦੋਂ ਪ੍ਰਿੰਸੀਪਲ ਸਾਹਿਬ ਨੂੰ ਪ੍ਰੋਫੈਸਰ ਤਿਆਗੀ ਨੇ ਉਚੇਚੇ ਤੌਰ 'ਤੇ ਕਹਾਣੀ ਦੀ ਸਫਲਤਾ ਦੀ ਵਧਾਈ ਦਿੱਤੀ। ਪ੍ਰਿੰਸੀਪਲ ਸਾਹਿਬ ਬੜੀ ਨਿਮਰਤਾ ਨਾਲ ਬੋਲੇ, ਤਿਆਗੀ ਜੀ ਜੇ ਤੁਸੀਂ ਟਿੱਪਣੀ ਨਾ ਕਰਦੇ ਤਾਂ ਇਸ ਕਹਾਣੀ ਨੇ ਅਧੂਰੀ ਰਹਿ ਜਾਣਾ ਸੀ। ਇਸ ਸਫਲਤਾ ਦਾ ਸਿਹਰਾ ਤੁਹਾਨੂੰ ਤੇ ਤੁਹਾਡੀ ਸਭਾ ਨੂੰ ਜਾਂਦਾ ਹੈ। ਇੱਕ ਦਿਨ ਪ੍ਰਿੰਸੀਪਲ ਸੁਜਾਨ ਸਿੰਘ ਜੀ ਨੇ ਸ਼ਾਮ ਵੇਲੇ ਪ੍ਰੋਫੈਸਰ ਤਿਆਗੀ ਦੇ ਘਰ ਦਾ ਗੇਟ ਜਾ ਖੜਕਾਇਆ। ਬਿਨਾਂ ਦੱਸੇ ਆਉਣ ਦੀ ਪ੍ਰੋਫੈਸਰ ਸਾਹਿਬ ਨੂੰ ਕੋਈ ਹੈਰਾਨੀ ਨਹੀਂ ਹੋਈ। ਪ੍ਰਿੰਸੀਪਲ ਸਾਹਿਬ ਅਕਸਰ ਕਿਸੇ ਵੀ ਵਿਸ਼ੇ 'ਤੇ ਗੱਲਬਾਤ ਕਰਨੀ ਹੁੰਦੀ ਆਈ ਜਾਇਆ ਕਰਦੇ ਸਨ। ਬਈ ਸਤਵੰਤ, ਬਾਊ ਜੀ ਲਈ ਵਧੀਆ ਜੀ ਚਾਹ ਬਣਾ, ਤਿਆਗੀ ਨੇ ਪਤਨੀ ਨੂੰ ਕਿਹਾ। ਪਤਨੀ ਤਾਂ ਹਾਲੇ ਕੁਝ ਨਾ ਬੋਲੀ। ਬੈਠਦਿਆਂ ਪ੍ਰਿੰਸੀਪਲ ਸਾਹਿਬ ਬੋਲੇ, ਤਿਆਗੀ ਜੀ ਚਾਹ ਨਹੀਂ ਪੀਣੀ, ਬੜਾ ਹੀ ਗੰਭੀਰ ਮਸਲਾ ਆ ਗਿਆ, ਸਮਝ ਨਹੀਂ ਪੈਂਦੀ ਕੀ ਕਰਾਂ। ਪ੍ਰਿੰਸੀਪਲ ਸਾਹਿਬ ਕੁਝ ਪਰੇਸ਼ਾਨ ਲੱਗ ਰਹੇ ਸੀ। ਸਤਵੰਤ ਸਤਿ ਸ਼੍ਰੀ ਅਕਾਲ ਬੁਲਾ ਕੇ ਰਸੋਈ 'ਚ ਚਲੀ ਗਈ। ਉਹਨੂੰ ਪਤਾ ਸੀ ਪ੍ਰੋਫੈਸਰ ਸਾਹਿਬ ਬਾਊ ਜੀ ਨੂੰ ਚਾਹ ਪੀਤੇ ਬਗੈਰ ਤਾਂ ਜਾਣ ਨਹੀਂ ਦੇਣਗੇ। ਕੀ ਗੱਲ ਹੋ ਗਈ ਬਾਊ ਜੀ, ਇੰਨੇ ਫਿਕਰਮੰਦ ਜੇ ਲੱਗ ਰਹੇ ਹੋ? ਪ੍ਰਿੰਸੀਪਲ ਸੁਜਾਨ ਸਿੰਘ ਜੀ ਨੇ ਆਪਣੀਆਂ ਕਹਾਣੀਆਂ 'ਚ ਬਾਊ ਜੀ ਤੇ ਝਾਈ ਜੀ ਕਿਰਦਾਰ ਪਾਤਰਾਂ ਵਾਸਤੇ ਵਰਤੇ ਹੋਏ ਸਨ। ਘਰ ਪਰਿਵਾਰ ਤਾਂ ਉਹਨਾਂ ਨੂੰ ਬਾਊ ਜੀ ਕਰਕੇ ਸੰਬੋਧਨ ਕਰਦਾ ਹੀ ਹੈ। ਹਰੇਕ ਜਾਣੂ ਵੀ ਉਹਨਾਂ ਨੂੰ ਬਾਊ ਜੀ ਆਖਦਾ ਹੈ। ਬਾਊ ਜੀ ਨੇ ਇੱਕ ਲਿਫਾਫਾ ਪ੍ਰੋਫੈਸਰ ਤਿਆਗੀ ਨੂੰ ਫੜਾਉਂਦਿਆਂ ਕਿ ਇਸ ਵਿਚਲੇ ਸੱਦੇ ਪੱਤਰ ਨੂੰ ਗੌਰ ਨਾਲ ਪੜ੍ਹ। ਪ੍ਰੋਫੈਸਰ ਤਿਆਗੀ ਨੇ ਲਿਫਾਫਾ ਖੋਲ੍ਹ ਕੇ ਵਿੱਚੋਂ ਸੱਦਾ ਪੱਤਰ ਪੜ੍ਹਿਆ ਜੋ ਇੱਕ ਮਰਹੂਮ ਨੇਤਾ ਨੂੰ ਯਾਦ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਿਖੀ ਤਾਰੀਖ ਅਨੁਸਾਰ ਸਦਭਾਵਨਾ ਦਿਵਸ ਵਜੋਂ ਮਨਾਇਆ ਜਾਣਾ ਸੀ ਤੇ ਪ੍ਰਿੰਸੀਪਲ ਸੁਜਾਨ ਸਿੰਘ ਜੀ ਮੁੱਖ ਬੁਲਾਰੇ ਸਨ। ਪ੍ਰੋਫੈਸਰ ਤਿਆਗੀ ਹਾਲੇ ਕੁਝ ਬੋਲਿਆ ਨਹੀਂ ਸੀ। ਪ੍ਰਿੰਸੀਪਲ ਸਾਹਿਬ ਫਿਰ ਬੋਲ ਪਏ, ਤੂੰ ਆਪ ਹੀ ਸੋਚ, ਜਿਸ ਸ਼ਖਸ ਦੇ ਇੱਕ ਵਾਕ ਬੋਲਣ 'ਤੇ ਹਜ਼ਾਰਾਂ ਬੇਕਸੂਰ ਲੋਕ ਕਤਲ ਕਰ ਦਿੱਤੇ ਗਏ ਹੋਣ, ਟ੍ਰੇਨਾਂ 'ਚੋਂ ਕੱਢ ਕੇ ਗਲਾਂ 'ਚ ਬਲਦੇ ਟਾਇਰ ਪਾ ਦਿੱਤੇ ਹੋਣ, ਮੈਂ ਸਟੇਜ ਤੋਂ ਅਜਿਹੇ ਆਦਮੀ ਦੇ ਕਸੀਦੇ ਨਹੀਂ ਪੜ੍ਹ ਸਕਦਾ। ਪਰ ਦੂਜੇ ਪਾਸੇ ਸੱਦਾ ਪੱਤਰ ਭੇਜਣ ਵਾਲਾ DC ਮੇਰੇ ਇੱਕ ਅਜੀਜ਼ ਸ਼ਾਗਿਰਦ ਦਾ ਦੋਸਤ ਹੈ। ਮੈਂ ਦੁਚਿੱਤੀ 'ਚ ਕੀ ਕਰਾਂ? ਪ੍ਰੋਫੈਸਰ ਤਿਆਗੀ ਬਾਊ ਜੀ ਦੀ ਵਾਰਤਾ ਸੁਣ ਕੇ ਹੱਸ ਪਿਆ। ਲੈ, ਕਿਹੜੀ ਵੱਡੀ ਗੱਲ ਹੈ, ਸਟੇਜ 'ਤੇ ਤੁਸੀਂ ਕੋਈ ਪਹਿਲੀ ਵਾਰ ਬੋਲਣਾ? ਯਾਰ ਮੈਨੂੰ ਸਮਝ ਨਹੀਂ ਪੈ ਰਹੀ ਕੀ ਕਰਾਂ। ਤੈਨੂੰ ਹਾਸਾ ਸੁੱਝ ਰਿਹਾ ਜਿਵੇਂ ਪ੍ਰਿੰਸੀਪਲ ਸਾਹਿਬ ਨੂੰ ਤਿਆਗੀ ਦਾ ਹੱਸਣਾ ਚੰਗਾ ਨਾ ਲੱਗਾ ਹੋਵੇ। ਮੇਰਾ ਮਤਲਬ ਬਾਊ ਜੀ ਇਹ ਹੈ, ਤੁਸੀਂ ਚਿੱਠੀ ਧਿਆਨ ਨਾਲ ਨਹੀਂ ਪੜ੍ਹੀ। ਚਿੱਠੀ 'ਚ ਸਾਫ਼ ਲਿਖਿਆ ਤੁਸੀਂ ਇਸ ਮੌਕੇ ਸਦਭਾਵਨਾ ਦੇ ਵਿਸ਼ੇ 'ਤੇ ਬੋਲਣਾ ਹੈ। ਤੁਸੀਂ ਕਿਸੇ ਦਾ ਨਾਂ ਥੋੜ੍ਹਾ ਲੈਣਾ ਹੈ। ਪ੍ਰੋਫੈਸਰ ਤਿਆਗੀ ਨੇ ਫੇਰ ਕਿਹਾ, ਉਹ ਹਾਂ ਯਾਰ, ਤੂੰ ਤਾਂ ਮਸਲਾ ਹੀ ਹੱਲ ਕਰਤਾ। ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ। ਕੁੜੇ ਲਿਆ ਹੁਣ ਚਾਹ ਬਣਾ ਕੇ। ਕੋਲ ਖਲੋਤੀ ਸਾਰੀ ਵਾਰਤਾਲਾਪ ਸੁਣਦੀ ਸਤਵੰਤ ਨੂੰ ਕਹੇ ਜਿਵੇਂ ਬਾਊ ਜੀ ਸੰਤੁਸ਼ਟ ਹੋ ਗਏ ਹੋਣ। ਇਤਫਾਕ ਇਹ ਹੋਇਆ ਕਿ ਉਹ ਸਟੇਜ ਤੋਂ ਪ੍ਰਿੰਸੀਪਲ ਸਾਹਿਬ ਤੋਂ ਬਗੈਰ ਜੋ ਵੀ ਬੁਲਾਰਾ ਬੋਲਿਆ ਸਦਭਾਵਨਾ ਵਿਸ਼ੇ 'ਤੇ ਹੀ ਬੋਲਿਆ। ਜਿਸ ਨੇਤਾ ਦੇ ਮੁਤਲਕ ਪ੍ਰੋਗਰਾਮ ਸੀ ਉਹਦਾ ਕਿਸੇ ਨੇ ਨਾਂ ਤੱਕ ਨਹੀਂ ਲਿਆ। ਧੰਨਵਾਦ। ਚੱਲਦਾ।